ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਬरुण ਕੌਰ ਮਾਨ। ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। 27 ਲੱਖ ਇਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲੌਗ 4 ਮਹੀਨੇ ਵਿੱਚ ਹੋਵੇਗਾ ਖਤਮ। 30 ਸਤੰਬਰ ਤੋਂ ਕਰੋਨਾ ਬੰਦਿਸ਼ਾਂ ਖਤਮ ਹੋਣ ਦੇ ਆਸਾਰ ਘਟੇ। ਸੀਰੀਆਈ ਤੱਟ ਨੇੜੇ ਪ੍ਰਵਾਸੀਆਂ ਦੀ ਕਿਸ਼ਤੀ ਪਲਟੀ, 24 ਲੋਕਾਂ ਦੀ ਹੋਈ ਮੌਤ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਕੌਮਾਂਤਰੀ ਭਾਈਚਾਰੇ ਨੂੰ ਹੜ੍ਹਾਂ ਨਾਲ ਜੂਝ ਰਹੇ ਪਾਕਿਸਤਾਨ ਦੀ ਮਦਦ ਕਰਨ ਦੀ ਕੀਤੀ ਅਪੀਲ। ਅਮਰੀਕਾ ਦੇ ਰਾਸ਼ਟਰਪਤੀ ਬਾਈਡਨ ਵੱਲੋਂ ਭਾਰਤ, ਜਰਮਨੀ ਤੇ ਜਾਪਾਨ ਨੂੰ ਸਥਾਈ ਮੈਂਬਰੀ ਦੇਣ ਦੀ ਵਕਾਲਤ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਉਹਨਾਂ ਦੇ ਬੱਚਿਆਂ ਖਿਲਾਫ ਨਿਊਯਾਰਕ ਵਿੱਚ ਧੋਖਾਧੜੀ ਦਾ ਮਾਮਲਾ ਦਰਜ। ਅਮਰੀਕਾ ਵਿੱਚ ਮਹਿੰਗਾਈ ਨੇ ਲੋਕਾਂ ਦੀ ਉਡਾਈ ਨੀਂਦ। ਕੈਨੇਡਾ ਦੇ ਵਿੱਚ ਪੁਲਿਸ ਨੂੰ ਦੇਖ ਕੇ ਪੰਜਾਬੀਆਂ ਨੇ ਭਜਾਈ ਗੱਡੀ, ਫਿਲਮੀ ਅੰਦਾਜ਼ ਵਿੱਚ ਘੇਰ ਕਾਬੂ ਕੀਤੇ ਲੜਕਾ ਤੇ ਲੜਕੀ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਤੇ ਕੁਝ ਹੋਰ ਖਬਰਾਂ। ਸਤਾਈ ਲੱਖ ਇਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲੌਗ ਮੌਜੂਦਾ ਵਰ੍ਹੇ ਦੇ ਅੰਤ ਤੱਕ ਖਤਮ ਹੋਣ ਦੀ ਉਮੀਦ ਜ਼ਾਹਿਰ ਕਰਦਿਆਂ ਕੈਨੇਡਾ ਸਰਕਾਰ ਨੇ ਕਿਹਾ ਹੈ ਕਿ ਸ਼ੁੱਕਰਵਾਰ ਤੋਂ ਇਮੀਗ੍ਰੇਸ਼ਨ ਪ੍ਰਣਾਲੀ ਮੁਕੰਮਲ ਤੌਰ ਤੇ ਡਿਜੀਟਲ ਹੋ ਰਹੀ ਹੈ, ਜਿਸ ਰਾਹੀਂ PR ਦੀਆਂ ਅਰਜ਼ੀਆਂ ਕੁਝ ਹਫ਼ਤਿਆਂ ਵਿੱਚ ਨਿਪਟਾਈਆਂ ਜਾ ਸਕਣਗੀਆਂ ਅਤੇ ਫਾਈਲ ਦਾ ਸਟੇਟਸ ਵੀ ਨਾਲੋਂ ਨਾਲ ਪਤਾ ਲੱਗਦਾ ਰਹੇਗਾ। ਨਵੀਂ ਤਕਨੀਕ ਦਾ ਸਭ ਤੋਂ ਵੱਧ ਫਾਇਦਾ ਭਾਰਤੀਆਂ ਨੂੰ ਹੋਏਗਾ, ਜਿਨ੍ਹਾਂ ਨੂੰ ਕੈਨੇਡਾ ਸਰਕਾਰ ਹਰ ਹਫ਼ਤੇ 10,000 ਵੀਜ਼ਾ ਜਾਰੀ ਕਰ ਰਹੀ ਹੈ ਔਰ ਇਮੀਗ੍ਰੇਸ਼ਨ ਅਫਸਰਾਂ ਵੱਲੋਂ ਆਮ ਤੌਰ ਤੇ ਪਹਿਲਾਂ ਆਓ ਦੇ ਆਧਾਰ ਤੇ ਅਰਜ਼ੀਆਂ ਦਾ ਨਿਪਟਾਰਾ ਕੀਤਾ ਜਾਂਦਾ ਹੈ ਅਤੇ ਕਈ ਵਾਰ ਬਿਨੇਕਾਰਾਂ ਵੱਲੋਂ ਪ੍ਰੋਸੈਸਿੰਗ ਵਿੱਚ ਬੇਵਜ੍ਹਾ ਦੇਰ ਹੋਣ ਦੀ ਸ਼ਿਕਾਇਤ ਕੀਤੀ ਜਾਂਦੀ ਹੈ। ਪਰ ਹੁਣ ਕੈਨੇਡਾ ਦੀ PR ਮੰਗਣ ਵਾਲਿਆਂ ਨੂੰ ਸੁਖਾਲਾ ਅਤੇ ਤੇਜ਼ ਰਾਹ ਮਿਲ ਗਿਆ ਹੈ। ਕੈਨੇਡਾ ਵਿੱਚ 30 ਸਤੰਬਰ ਤੋਂ ਕਰੋਨਾ ਬੰਦਿਸ਼ਾਂ ਖਤਮ ਹੋਣ ਦੇ ਆਸਾਰ ਮੁੜ ਮੱਧਮ ਹੁੰਦੇ ਨਜ਼ਰ ਆਏ, ਜਦੋਂ ਪ੍ਰਧਾਨ ਮੰਤਰੀ ਅਤੇ ਟਰਾਂਸਪੋਰਟ ਮੰਤਰੀ ਨੇ ਅਰਾਈਵ ਕੈਨ ਐਪ ਦੀਆਂ ਸਿਫਤਾਂ ਦਾ ਸਿਲਸਿਲਾ ਜਾਰੀ ਰੱਖਿਆ। ਨਿਊਯਾਰਕ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਸਟਿਨ ਟਰੂਡੋ ਨੇ ਕਿਹਾ ਕਿ ਅਤੀਤ ਵਿੱਚ ਹਰ ਕਦਮ ਸਿਹਤ ਮਾਹਿਰਾਂ ਦੀ ਸਲਾਹ ਮੁਤਾਬਕ ਉਠਾਇਆ ਗਿਆ ਅਤੇ ਹੁਣ ਵੀ ਸਿਹਤ ਮਾਹਿਰਾਂ ਦੀ ਸਿਫਾਰਿਸ਼ ਹੀ ਮੰਨੀ ਜਾਏਗੀ। ਉਧਰ ਟਰਾਂਸਪੋਰਟ ਮੰਤਰੀ ਉਮਰ ਅਲਗਬਰਾ ਨੇ ਕਿਹਾ ਕਿ ਫਿਲਹਾਲ ਬੰਦਿਸ਼ਾਂ ਹਟਾਉਣ ਬਾਰੇ ਕੋਈ ਫੈਸਲਾ ਨਹੀਂ ਲਿਆ ਗਿਆ। ਲੈਬਨਾਨ ਤੋਂ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਵੀਰਵਾਰ ਨੂੰ ਸੀਰੀਆਈ ਜਲ ਖੇਤਰ ਵਿੱਚ ਪਲਟ ਗਈ, ਜਿਸ ਵਿੱਚ 24 ਲੋਕਾਂ ਦੀ ਮੌਤ ਹੋ ਗਈ ਅਤੇ 13 ਹੋਰ ਜ਼ਖਮੀ ਹੋ ਗਏ। ਇੱਕ ਸੀਰੀਆਈ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ। ਸਮੁੰਦਰੀ ਬੰਦਰਗਾਹ ਦੇ ਜਨਰਲ ਡਾਇਰੈਕਟਰ ਸਮੀਰ ਕ੍ਰੈਬੋਸਲੀ ਨੇ ਕਿਹਾ ਕਿ ਜਹਾਜ਼ ਤੇ ਸਵਾਰ 15 ਲੋਕਾਂ ਨੂੰ ਬਚਾ ਲਿਆ ਗਿਆ। ਉਹਨਾਂ ਨੇ ਕਿਹਾ ਕਿ ਸੀਰੀਆ ਦੇ ਤੱਟੀ ਸ਼ਹਿਰ ਟਾਟਰਸ ਤੇ ਤੱਟ ਨੇੜੇ ਤਲਾਸ਼ੀ ਮੁਹਿੰਮ ਅਜੇ ਵੀ ਜਾਰੀ ਹੈ। ਦੁਰਘਟਨਾ 'ਚ ਬਚੇ ਲੋਕਾਂ ਦੇ ਬਿਆਨਾਂ ਦੇ ਆਧਾਰ ਤੇ ਅਧਿਕਾਰੀ ਨੇ ਕਿਹਾ ਕਿ ਕਿਸ਼ਤੀ ਲੈਬਨਾਨ ਤੋਂ ਕਈ ਦੇਸ਼ਾਂ ਦੇ ਲੋਕਾਂ ਨੂੰ ਲੈ ਕੇ ਜਾ ਰਹੀ ਸੀ ਅਤੇ ਉਹਨਾਂ ਦਾ ਕਿੱਥੇ ਜਾਣ ਦਾ ਇਰਾਦਾ ਸੀ, ਇਸ ਦਾ ਅਜੇ ਤੱਕ ਪਤਾ ਨਹੀਂ ਲੱਗਾ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਕੌਮਾਂਤਰੀ ਭਾਈਚਾਰੇ ਨੂੰ ਹੜ੍ਹਾਂ ਨਾਲ ਜੂਝ ਰਹੇ ਪਾਕਿਸਤਾਨ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ। ਉਹਨਾਂ ਨੇ ਕਿਹਾ ਕਿ ਜਲਵਾਯੂ ਪਰਿਵਰਤਨ ਸੰਕਟ ਨਾਲ ਨਜਿੱਠਣ ਦੀ ਲੋੜ ਹੈ, ਕਿਉਂਕਿ ਬਹੁਤ ਸਾਰੇ ਦੇਸ਼ ਇਸ ਦੀ ਲਪੇਟ ਵਿੱਚ ਨੇ। ਬੁੱਧਵਾਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਦੇ 77ਵੇਂ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਬਾਈਡਨ ਨੇ ਕਿਹਾ, ਅਸੀਂ ਸਾਰੇ ਜਾਣਦੇ ਹਾਂ ਕਿ ਅਸੀਂ ਜਲਵਾਯੂ ਸੰਕਟ ਦਾ ਸਾਹਮਣਾ ਕਰ ਰਹੇ ਹਾਂ। ਪਿਛਲੇ ਸਾਲ ਦੀਆਂ ਘਟਨਾਵਾਂ ਤੋਂ ਬਾਅਦ ਕਿਸੇ ਨੂੰ ਇਸ ਤੇ ਸ਼ੱਕ ਨਹੀਂ ਹੋਣਾ ਚਾਹੀਦਾ। ਅਸੀਂ ਮੀਟਿੰਗਾਂ ਵਿੱਚ ਸ਼ਾਮਲ ਹੁੰਦੇ ਰਹਿੰਦੇ ਹਾਂ। ਇਸ ਵੇਲੇ ਜਦੋਂ ਅਸੀਂ ਮਿਲ ਰਹੇ ਹਾਂ ਤਾਂ ਇਸ ਦੌਰਾਨ ਪਾਕਿਸਤਾਨ ਦਾ ਬਹੁਤਾ ਇਲਾਕਾ ਪਾਣੀ ਵਿੱਚ ਡੁੱਬਿਆ ਹੋਇਆ, ਉਸ ਨੂੰ ਮਦਦ ਦੀ ਲੋੜ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ 'ਚ ਭਾਰੀ ਮੀਂਹ ਕਾਰਨ ਆਏ ਹੜ੍ਹਾਂ ਕਾਰਨ 14 ਜੂਨ ਤੋਂ ਹੁਣ ਤੱਕ 1576 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਹਜ਼ਾਰਾਂ ਲੋਕ ਜ਼ਖਮੀ ਹੋ ਚੁੱਕੇ ਨੇ। ਪਾਕਿਸਤਾਨ ਪਿਛਲੇ 30 ਸਾਲਾਂ ਵਿੱਚ ਸਭ ਤੋਂ ਭੈੜੀ ਹੜ੍ਹ ਦੀ ਸਥਿਤੀ ਦਾ ਸਾਹਮਣਾ ਕਰ ਰਿਹਾ ਅਤੇ ਦੇਸ਼ ਦਾ 1/3 ਹਿੱਸਾ ਪਾਣੀ ਵਿੱਚ ਹੈ। ਲਗਭਗ 3 ਕਰੋੜ 30 ਲੱਖ ਲੋਕ ਇਸ ਤੋਂ ਪ੍ਰਭਾਵਿਤ ਨੇ ਤੇ ਘਰ, ਫਸਲਾਂ, ਪੁਲ, ਸੜਕਾਂ ਤੇ ਜਾਨਵਰ ਤਬਾਹ ਹੋ ਗਏ ਨੇ। ਹੜ੍ਹ ਕਾਰਨ ਹੁਣ ਤੱਕ $30 ਅਰਬ ਦਾ ਨੁਕਸਾਨ ਹੋਇਆ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਭਾਰਤ, ਜਰਮਨੀ ਤੇ ਜਾਪਾਨ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਿੱਚ ਸਥਾਈ ਨੁਮਾਇੰਦਗੀ ਦੇਣ ਦੀ ਵਕਾਲਤ ਕੀਤੀ ਹੈ। ਵਾਈਟ ਹਾਊਸ ਪ੍ਰਸ਼ਾਸਨ ਨੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਸ ਪਾਸੇ ਅਜੇ ਬਹੁਤ ਕੰਮ ਕਰਨ ਦੀ ਲੋੜ ਹੈ। ਅਧਿਕਾਰੀਆਂ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ, ਅਸੀਂ ਭਾਰਤ, ਜਰਮਨੀ ਤੇ ਜਾਪਾਨ ਨੂੰ ਸੁਰੱਖਿਆ ਕੌਂਸਲ ਦਾ ਸਥਾਈ ਮੈਂਬਰ ਬਣਾਉਣ ਦੀ ਪਹਿਲ ਦੀ
ਵਕਾਲਤ ਕਰਦੇ ਹਾਂ ਤੇ ਅੱਗੋਂ ਵੀ ਕਰਾਂਗੇ। ਵਾਈਡਨ ਨੇ US ਆਮ ਸਭਾ ਦੇ ਇਜਲਾਸ ਨੂੰ ਸੰਬੋਧਨ ਕਰਦਿਆਂ UN ਸੁਰੱਖਿਆ ਕੌਂਸਲ ਵਿੱਚ ਸੁਧਾਰ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ ਸੀ। ਇਸ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੈਂਸਕੀ ਨੇ ਭਾਰਤ, ਜਾਪਾਨ, ਬ੍ਰਾਜ਼ੀਲ ਤੇ ਉਹਨਾਂ ਦੇ ਆਪਣੇ ਮੁਲਕ ਨੂੰ ਹੁਣ ਤੱਕ UN ਸੁਰੱਖਿਆ ਕੌਂਸਲ ਦਾ ਸਥਾਈ ਮੈਂਬਰ ਨਾ ਬਣਾਉਣ ਤੇ ਇਤਰਾਜ਼ ਜਤਾਇਆ। ਉਹਨਾਂ ਨੇ ਕਿਹਾ ਕਿ ਇੱਕ ਦਿਨ ਆਏਗਾ ਜਦੋਂ ਇਸ ਮਸਲੇ ਦਾ ਨਿਬੇੜਾ ਹੋਏਗਾ। ਨਿਊਯਾਰਕ ਦੇ ਅਟਾਰਨੀ ਜਨਰਲ ਨੇ ਬੁੱਧਵਾਰ ਨੂੰ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ, ਉਹਨਾਂ ਦੇ 3 ਬੱਚਿਆਂ ਅਤੇ ਟਰੰਪ ਸੰਗਠਨ ਖਿਲਾਫ ਕਥਿਤ ਧੋਖਾਧੜੀ ਨੂੰ ਲੈ ਕੇ ਮੁਕੱਦਮਾ ਦਾਇਰ ਕੀਤਾ ਹੈ। ਮੀਡੀਆ ਰਿਪੋਰਟਾਂ ਦੇ ਹਵਾਲੇ ਨਾਲ ਇਹ ਗੱਲ ਸਾਹਮਣੇ ਆਈ ਹੈ। CNN ਦੀ ਇੱਕ ਰਿਪੋਰਟ ਦੇ ਅਨੁਸਾਰ ਡੈਮੋਕ੍ਰੇਟ ਅਟਾਰਨੀ ਜਨਰਲ ਲੈਟੀਆ ਜੇਮਸ ਨੇ 200 ਪੰਨਿਆਂ ਦੇ ਮੁਕੱਦਮੇ ਵਿੱਚ ਦੋਸ਼ ਲਗਾਇਆ ਹੈ ਕਿ ਟਰੰਪ ਨੇ ਆਪਣੀ ਜਾਇਦਾਦ ਤੇ ਗੋਲਫ ਕੋਰਸਾਂ ਸਮੇਤ ਆਪਣੇ ਕਾਰੋਬਾਰ ਦੇ ਖੇਤਰਾਂ ਵਿੱਚ ਧੋਖਾਧੜੀ ਕੀਤੀ ਹੈ। ਮੁਕੱਦਮੇ ਦੇ ਅਨੁਸਾਰ ਟਰੰਪ ਆਰਗੇਨਾਈਜੇਸ਼ਨ ਨੇ ਧੋਖੇਬਾਜ਼ ਮੁਲਾਂਕਣ ਦੀ ਵਰਤੋਂ ਕਰਕੇ ਆਪਣੀਆਂ ਜਾਇਦਾਦਾਂ ਦੇ ਮੁੱਲ ਨੂੰ ਵਧਾ ਕੇ ਰਿਣਦਾਤਿਆਂ, ਬੀਮਾਕਰਤਾਵਾਂ ਤੇ ਟੈਕਸ ਅਧਿਕਾਰੀਆਂ ਨੂੰ ਧੋਖਾ ਦਿੱਤਾ ਹੈ। CNN ਦੇ ਅਨੁਸਾਰ ਉਹਨਾਂ ਨੇ ਕਿਹਾ ਕਿ ਵਿੱਤੀ ਸਥਿਤੀ ਦੇ ਬਿਆਨ ਬਹੁਤ ਵਧਾ ਚੜ੍ਹਾ ਕੇ ਕੀਤੇ ਗਏ ਨੇ। ਨਤੀਜੇ ਵਜੋਂ ਅਸੀਂ ਰਾਹਤ ਦੀ ਮੰਗ ਕਰ ਰਹੇ ਹਾਂ ਤੇ ਇਸ ਲਈ ਟਰੰਪ ਆਰਗੇਨਾਈਜੇਸ਼ਨ, ਉਹਨਾਂ ਦਾ ਪਰਿਵਾਰ, ਉਹਨਾਂ ਸਾਰਿਆਂ ਨੂੰ ਜਵਾਬਦੇਹ ਹੋਣਾ ਚਾਹੀਦਾ ਹੈ। ਟਰੰਪ ਦੇ ਬੱਚਿਆਂ ਵਿੱਚੋਂ ਡੋਨਾਲਡ ਟਰੰਪ ਜੂਨੀਅਰ, ਐਰਿਕ ਟਰੰਪ ਅਤੇ ਇਵਾਂਕਾ ਟਰੰਪ ਨੂੰ ਮੁਕੱਦਮੇ ਵਿੱਚ ਬਚਾਓ ਪੱਖ ਵਜੋਂ ਨਾਮਜ਼ਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਟਰੰਪ ਆਰਗੇਨਾਈਜੇਸ਼ਨ ਦੇ ਸਾਬਕਾ CFO ਐਲਨ ਵਿਜ਼ਲਬਰਗ ਅਤੇ ਇੱਕ ਹੋਰ ਲੰਬੇ ਸਮੇਂ ਤੋਂ ਕੰਪਨੀ ਦੇ ਕਾਰਜਕਾਰੀ ਜ਼ੈਫ ਮੈਕਕੌਂਕੀ ਦਾ ਨਾਮ ਵੀ ਲਿਆ ਗਿਆ। CNN ਨੇ ਰਿਪੋਰਟ ਦਿੱਤੀ ਹੈ ਕਿ ਮੁਕੱਦਮੇ ਦੇ ਹਿੱਸੇ ਵਜੋਂ ਜੇਮਸ ਕਥਿਤ ਤੌਰ ਤੇ ਗਲਤ ਢੰਗ ਨਾਲ ਕੀਤੀ ਗਈ ਕਮਾਈ ਦੇ ਰੂਪ ਵਿੱਚ $250 ਮਿਲੀਅਨ ਦੀ ਮੰਗ ਕਰ ਰਿਹਾ ਹੈ ਅਤੇ ਨਿਊਯਾਰਕ ਰਾਜ ਵਿੱਚ ਰਜਿਸਟਰਡ ਇੱਕ ਕਾਰੋਬਾਰ ਦੇ ਡਾਇਰੈਕਟਰ ਵਜੋਂ ਕੰਮ ਕਰ ਰਿਹਾ ਹੈ ਅਤੇ ਮੁਕੱਦਮੇ ਵਿੱਚ ਨਾਮਜ਼ਦ ਬੱਚਿਆਂ ਨੂੰ ਸਥਾਈ ਤੌਰ ਤੇ ਅਜਿਹਾ ਕਰਨ ਤੋਂ ਰੋਕ ਰਿਹਾ ਹੈ। ਉਹ ਟਰੰਪ ਆਰਗੇਨਾਈਜੇਸ਼ਨ ਦੇ ਕਾਰਪੋਰੇਟ ਸਰਟੀਫਿਕੇਟ ਨੂੰ ਰੱਦ ਕਰਨ ਦੀ ਵੀ ਮੰਗ ਕਰ ਰਿਹਾ ਹੈ। ਕੋਰੋਨਾ ਤੋਂ ਬਾਅਦ ਹੁਣ ਤੱਕ ਅਮਰੀਕੀ ਨਾਗਰਿਕ ਮਹਿੰਗਾਈ ਤੋਂ ਪਰੇਸ਼ਾਨ ਨੇ। ਇਹੀ ਕਾਰਨ ਹੈ ਕਿ ਹਰ ਵਿੱਚੋਂ ਇੱਕ ਅਮਰੀਕੀ ਰਾਤ ਨੂੰ ਸ਼ਾਂਤੀ ਨਾਲ ਸੌਣ ਵਿੱਚ ਅਸਮਰੱਥ ਹੈ। ਇਹ ਗੱਲ ਓਯੋ ਯੂਨੀਵਰਸਿਟੀ ਮੈਡੀਕਲ ਸੈਂਟਰ ਦੀ ਤਾਜ਼ਾ ਖੋਜ ਤੋਂ ਸਾਹਮਣੇ ਆਈ ਹੈ। ਖੋਜਕਰਤਾਵਾਂ ਦਾ ਕਹਿਣਾ ਹੈ ਕਿ ਇੱਥੋਂ ਦੇ ਲੋਕ ਇਤਿਹਾਸ ਵਿੱਚ ਹੁਣ ਤੱਕ ਦੇ ਸਭ ਤੋਂ ਵੱਧ ਤਣਾਅ ਵਿੱਚੋਂ ਗੁਜ਼ਰ ਰਹੇ ਨੇ। 68% ਲੋਕ ਤਣਾਅ ਦੇ ਕਾਰਨ ਸੌਣ ਤੋਂ ਅਸਮਰੱਥ ਨੇ। ਅਮਰੀਕੀ ਲੋਕ ਹਫ਼ਤੇ ਵਿੱਚ 3 ਦਿਨ ਇਨਸੋਮੀਆ ਤੋਂ ਪੀੜਤ ਨੇ। ਇੰਟਰ ਮੈਡੀਸਨ ਦੀ ਪ੍ਰੋਫੈਸਰ ਡਾਕਟਰ ਮਨੀਸ਼ਾ ਦਾਸ ਦੇ ਅਨੁਸਾਰ 2018 ਤੋਂ 2021 ਦਰਮਿਆਨ ਨੀਂਦ ਨਾ ਆਉਣ ਦੇ ਮਾਮਲਿਆਂ ਵਿੱਚ 29% ਵਾਧਾ ਹੋਇਆ ਹੈ। ਡਾਕਟਰ ਅਨੀਸਾ ਦਾਸ ਦਾ ਕਹਿਣਾ ਹੈ ਕਿ ਤਣਾਅ ਕਾਰਨ ਦਿਲ ਦੀ ਧੜਕਣ ਦੀ ਦਰ ਵੱਧ ਜਾਂਦੀ ਹੈ। ਗੂਗਲ ਦੇ ਭਾਰਤੀ ਮੂਲ ਦੇ CEO ਸੁੰਦਰ ਪਿਚਾਈ ਨੂੰ ਗਲੋਬਲ ਸਿਟੀਜ਼ਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਨਿਊਯਾਰਕ ਸਿਟੀ ਵਿੱਚ ਹੋਏ ਸਮਾਗਮ ਦੌਰਾਨ ਉਹਨਾਂ ਨੂੰ ਇਹ ਖਿਤਾਬ ਐਟਲਾਂਟਿਕ ਕੌਂਸਲ ਨੇ ਪ੍ਰਦਾਨ ਕੀਤਾ। ਸੰਯੁਕਤ ਰਾਸ਼ਟਰ ਮਹਾਸਭਾ ਦੇ ਮੌਕੇ ਤੇ ਆਯੋਜਿਤ ਪੁਰਸਕਾਰ ਸਮਾਰੋਹ 'ਚ 5 ਲੋਕਾਂ ਦਾ ਸਨਮਾਨ ਹੋਇਆ, ਜਿਨ੍ਹਾਂ ਵਿੱਚ ਗੂਗਲ ਦੇ CEO ਸੁੰਦਰ ਪਿਚਾਈ ਵੀ ਸ਼ਾਮਲ ਨੇ। ਉਹਨਾਂ ਤੋਂ ਇਲਾਵਾ ਫਿਨਲੈਂਡ ਦੇ ਰਾਸ਼ਟਰਪਤੀ ਸੌਲੀ ਨੀਨਿਸਟੋ, ਸਵੀਡਿਸ਼ ਪ੍ਰਧਾਨ ਮੰਤਰੀ ਮੈਗਡਾਲੇਨਾ ਐਂਡਰਸਨ ਆਦਿ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਅਤੇ ਇੰਗਲੈਂਡ ਦੀ ਮਹਾਰਾਣੀ ਐਲਿਜ਼ਾਬੈਥ ਨੂੰ ਵੀ ਸ਼ਰਧਾਂਜਲੀ ਭੇਂਟ ਕੀਤੀ ਗਈ। ਅਮਰੀਕਾ ਦੇ ਫਲੋਰੀਡਾ ਵਿੱਚ 5 ਸੈਮੀ ਟ੍ਰੇਲਰਾਂ ਦੇ ਹਾਦਸਾਗ੍ਰਸਤ ਹੋਣ ਕਾਰਨ ਹਜ਼ਾਰਾਂ ਬੀਅਰ ਦੇ ਡੱਬੇ ਸੜਕ ਤੇ ਡਿੱਗ ਗਏ, ਜਿਸ ਨਾਲ ਫਲੋਰੀਡਾ 'ਚ ਇੱਕ ਹਾਈਵੇ ਜਾਮ ਹੋ ਗਿਆ। BBC ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। BBC ਦੀ ਇੱਕ ਰਿਪੋਰਟ ਦੇ ਅਨੁਸਾਰ ਬੁੱਧਵਾਰ ਨੂੰ ਬੀਅਰ ਲੈ ਕੇ ਜਾ ਰਿਹਾ ਇੱਕ ਸੈਮੀ ਟ੍ਰੇਲਰ ਸੜਕ ਕਿਨਾਰੇ ਖੜੇ ਟਰੱਕਾਂ ਫਲੋਰੀਡਾ ਹਾਈਵੇ ਪੈਟਰੋਲ ਨੇ ਇਸ ਦ੍ਰਿਸ਼ ਦੀਆਂ ਤਸਵੀਰਾਂ ਲਈਆਂ, ਜਿਸ ਵਿੱਚ ਸੜਕ ਉੱਤੇ ਬੀਅਰ ਦੇ ਕਈ ਡੱਬੇ ਖਿਲਰੇ ਦਿਖਾਈ ਦੇ ਰਹੇ ਨੇ। ਟੈਂਪਵੇ ਟਾਈਮਜ਼ ਅਨੁਸਾਰ ਬੁੱਧਵਾਰ ਸਵੇਰੇ ਇੱਕ ਵਿਅਸਤ ਹਾਈਵੇ ਤੇ 2 ਸੈਮੀ ਟ੍ਰੇਲਰ ਹਾਦਸਾਗ੍ਰਸਤ ਹੋ ਗਏ ਤੇ ਆਪਸ ਵਿੱਚ ਟਕਰਾ ਗਏ। ਉਹਨਾਂ ਦੀ ਮਦਦ ਲਈ 2 ਹੋਰ ਸੈਮੀ ਟ੍ਰੇਲਰ ਅਤੇ ਇੱਕ ਪਿਕਅਪ ਟਰੱਕ ਵੀ ਆਏ। ਬੀਅਰ ਲੈ ਕੇ ਜਾ ਰਿਹਾ 5ਵਾਂ ਸੈਮੀ ਟ੍ਰੇਲਰ ਸਮੇਂ ਸਿਰ ਨਾ ਰੁਕ ਸਕਿਆ ਤੇ ਖੜੇ ਵਾਹਨ ਨਾਲ ਟਕਰਾ ਗਿਆ। ਬੀਅਰ ਦੇ ਨਾਲ ਇੱਕ ਹੋਰ ਲਾਰੀ ਵੀ ਭਰਿਆ ਕੰਕਰੀਟ ਵੀ ਪੂਰੀ ਤਰ੍ਹਾਂ ਸੜਕ ਤੇ ਫੈਲ ਗਿਆ, ਪਰ ਕੁਝ ਘੰਟਿਆਂ ਬਾਅਦ ਹਾਈਵੇ ਨੂੰ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ। ਕੋਰੋਨਾ ਮਹਾਮਾਰੀ ਪੂਰੀ ਤਰ੍ਹਾਂ ਖਤਮ ਨਹੀਂ ਹੋਈ ਹੈ, ਪਰ ਇਸ ਦਾ ਅੰਤ ਨੇੜੇ ਆ ਰਿਹਾ। ਇਹ ਗੱਲ ਨਿਊਯਾਰਕ ਵਿੱਚ ਹੋਈ UNGA ਦੀ ਮੀਟਿੰਗ ਦੌਰਾਨ WHO ਦੇ ਡਾਇਰੈਕਟਰ ਜਨਰਲ ਡਾਕਟਰ ਟੈਡਰੋਸ ਨੇ ਕਹੀ। ਉਹਨਾਂ ਨੇ ਆਪਣੀ ਗੱਲ ਦੀ ਸ਼ੁਰੂਆਤ ਇਹ ਕਹਿ ਕੇ ਕੀਤੀ ਕਿ ਇੱਥੇ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ 'ਚ ਮੇਰੇ ਤੋਂ ਅਕਸਰ ਪੁੱਛੇ ਜਾਣ ਵਾਲੇ ਸਵਾਲਾਂ ਵਿੱਚੋਂ ਇੱਕ ਇਹ ਹੈ ਕਿ ਅਸੀਂ ਕਿੱਥੇ ਖੜੇ ਹਾਂ, ਕਿ ਮਹਾਮਾਰੀ ਖਤਮ ਹੋ ਗਈ ਹੈ। ਪਿਛਲੇ 2 ਹਫ਼ਤਿਆਂ ਵਿੱਚ ਸਾਡੀਆਂ ਮੀਡੀਆ ਬਰੀਫਿੰਗਾਂ ਵਿੱਚ ਮੈਂ ਕਿਹਾ ਹੈ ਕਿ ਮਹਾਮਾਰੀ ਖਤਮ ਨਹੀਂ ਹੋਈ ਹੈ, ਪਰ ਅੰਤ ਨਜ਼ਰ ਆ ਰਿਹਾ। ਇਹ ਦੋਵੇਂ ਗੱਲਾਂ ਸੱਚ ਨੇ। ਉਹਨਾਂ ਨੇ ਕਿਹਾ ਕਿ ਅੰਤ ਨੂੰ ਦੇਖਣ ਦੇ ਯੋਗ ਹੋਣ ਦਾ ਮਤਲਬ ਇਹ ਨਹੀਂ ਹੈ
कि अंत खत्म हो गया। हाँ, ਅਸੀਂ ਪਹਿਲਾਂ ਨਾਲੋਂ ਬਿਹਤਰ ਸਥਿਤੀ ਵਿੱਚ ਹਾਂ। ਮਹਾਮਾਰੀ ਕਾਰਨ ਹਫ਼ਤਾਵਾਰੀ ਮੌਤਾਂ ਦੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਹੈ ਤੇ ਹੁਣ ਜਨਵਰੀ 2021 ਵਿੱਚ ਆਪਣੇ ਸਿਖਰ ਦੇ ਮੁਕਾਬਲੇ 'ਚ ਇਹ ਕੇਵਲ 10% ਹੈ। ਦੁਨੀਆ ਦੀ 2/3 ਆਬਾਦੀ ਦਾ ਟੀਕਾਕਰਨ ਕੀਤਾ ਗਿਆ ਹੈ, ਜਿਸ ਵਿੱਚ 3/4 ਸਿਹਤ ਕਰਮਚਾਰੀ ਅਤੇ ਬਜ਼ੁਰਗ ਲੋਕ ਸ਼ਾਮਲ ਨੇ। ਅੱਜਕੱਲ ਭਾਰਤ ਹੀ ਨਹੀਂ ਬਲਕਿ ਪੂਰੀ ਦੁਨੀਆ ਦੀਆਂ ਸਾਰੀਆਂ ਸੁਰੱਖਿਆ ਅਤੇ ਜਾਂਚ ਏਜੰਸੀਆਂ ਇਸ ਸਮੇਂ ਇੱਕ ਖਬਰ ਤੋਂ ਪਰੇਸ਼ਾਨ ਨੇ। ਹਾਲ ਹੀ 'ਚ ਦੁਨੀਆ ਦਾ ਸਭ ਤੋਂ ਵੱਡਾ ਡਰੱਗ ਮਾਫੀਆ ਅਮਰੀਕਾ ਦੀ ਜੇਲ੍ਹ 'ਚੋਂ ਰਿਹਾ ਹੋਇਆ। ਇਸ ਡਰੱਗ ਮਾਫੀਆ ਨੂੰ ਤਾਲਿਬਾਨ ਦਾ ਸਭ ਤੋਂ ਖਤਰਨਾਕ ਅਤੇ ਪੂਰੀ ਦੁਨੀਆ ਦੇ ਸਭ ਤੋਂ ਅਮੀਰ ਡਰੱਗ ਮਾਫੀਆ ਕਿਹਾ ਜਾਂਦਾ ਹੈ, ਜਿਸ ਨੂੰ ਅਫਗਾਨਿਸਤਾਨ ਇੱਕ ਡੀਲ ਦੇ ਤਹਿਤ ਅਮਰੀਕੀ ਜੇਲ੍ਹ ਤੋਂ ਰਿਹਾ ਕਰਵਾਉਣ ਵਿੱਚ ਕਾਮਯਾਬ ਹੋਇਆ। ਉਸ ਦੀ ਰਿਹਾਈ ਨਾ ਕੇਵਲ ਭਾਰਤ ਲਈ ਸਗੋਂ ਸਾਰੇ ਮੁਲਕਾਂ ਲਈ ਖਤਰੇ ਦੀ ਘੰਟੀ ਹੈ। ਇਸ ਡਰੱਗ ਮਾਫੀਆ ਦਾ ਨਾਮ ਬਸ਼ੀਰ ਨੂਰਜ਼ੋਈ ਹੈ। ਤਾਲਿਬਾਨ ਨੇ ਨੂਰਜ਼ੋਈ ਨੂੰ ਸਾਲ 2020 ਵਿੱਚ ਬੰਦਕ ਬਣਾਏ ਗਏ ਇੱਕ ਅਮਰੀਕੀ ਇੰਜੀਨੀਅਰ ਮਾਰਕ ਫਰੈਰਿਚ ਦੀ ਰਿਹਾਈ ਦੇ ਬਦਲੇ ਰਿਹਾ ਕੀਤਾ ਗਿਆ ਹੈ। ਨੂਰਜ਼ੋਈ 2005 ਤੋਂ ਅਮਰੀਕਾ 'ਚ ਕੈਦ ਸੀ। ਅਮਰੀਕਾ ਨੇ ਅਫੀਮ ਅਤੇ ਹੈਰੋਇਨ ਦੀ ਤਸਕਰੀ ਲਈ 2009 ਵਿੱਚ ਬਸ਼ੀਰ ਨੂਰਜ਼ੋਈ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਕੋਰੋਨਾ ਮਗਰੋਂ ਕੈਨੇਡਾ ਵਿੱਚ ਮੰਕੀਪੌਕਸ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ। ਹਾਲਾਂਕਿ ਇਹ ਬਿਮਾਰੀ ਕੋਰੋਨਾ ਜਿੰਨੀ ਤੇਜ਼ੀ ਨਾਲ ਨਹੀਂ ਫੈਲੀ, ਪਰ ਇਸ ਦੇ ਮਰੀਜ਼ਾਂ ਦਾ ਅੰਕੜਾ ਹੁਣ 1379 ਤੋਂ ਪੁੱਜ ਚੁੱਕਾ ਹੈ। ਕੇਸਾਂ ਦੇ ਮਾਮਲੇ 'ਚ ਓਨਟਾਰੀਓ ਸੂਬਾ ਸਭ ਤੋਂ ਅੱਗੇ ਚੱਲ ਰਿਹਾ। ਇੱਥੇ ਇਸ ਬਿਮਾਰੀ ਦੇ ਹੁਣ ਤੱਕ 667 ਮਰੀਜ਼ ਮਿਲ ਚੁੱਕੇ ਨੇ। ਕੈਨੇਡਾ ਦੀ ਹੈਲਥ ਏਜੰਸੀ ਮੁਤਾਬਕ ਦੇਸ਼ ਭਰ ਵਿੱਚ ਹੁਣ ਤੱਕ ਮੰਕੀਪੌਕਸ ਦੇ 1379 ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਕੈਨੇਡਾ ਵਿੱਚ ਮਕਾਨਾਂ ਦੀ ਸਮੱਸਿਆਵਾਂ ਨਾਲ ਸੰਬੰਧਿਤ ਨਿਤ ਨਵੇਂ ਅੰਕੜੇ ਸਾਹਮਣੇ ਆਉਂਦੇ ਰਹਿੰਦੇ ਨੇ। ਜੀ ਹਾਂ, ਤਾਜ਼ਾ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ 8 ਲੱਖ ਤੋਂ ਵੱਧ ਮਕਾਨਾਂ ਵਿੱਚ ਸਮਰੱਥਾ ਤੋਂ ਜ਼ਿਆਦਾ ਲੋਕ ਰਹਿ ਰਹੇ ਨੇ। ਸਟੈਟਕੈਨ ਦੇ ਅੰਕੜਿਆਂ ਦੇ ਮੁਤਾਬਕ ਸੀਮਤ ਆਮਦਨ ਕਾਰਨ ਵੱਡੀ ਗਿਣਤੀ ਵਿੱਚ ਲੋਕ ਆਪਣਾ ਮੌਜੂਦਾ ਮਕਾਨ ਬਦਲਣ ਦੇ ਸਮਰੱਥ ਨਹੀਂ। ਤਕਰੀਬਨ 15 ਲੱਖ ਲੋਕਾਂ ਨੂੰ ਕੋਰ ਹਾਊਸਿੰਗ ਨੀਡ ਵਾਲੀ ਸ਼੍ਰੇਣੀ 'ਚ ਰੱਖਿਆ ਗਿਆ ਹੈ, ਜਿਨ੍ਹਾਂ ਕੋਲ ਰਹਿਣ ਵਾਸਤੇ ਲੋੜੀਂਦੀ ਥਾਂ ਉਪਲਬਧ ਨਹੀਂ ਹੈ ਅਤੇ ਇੱਕ ਕਮਰੇ ਵਿੱਚ ਕਈ ਜਣੇ ਰਹਿ ਕੇ ਗੁਜ਼ਾਰਾ ਕਰ ਰਹੇ ਨੇ। ਫੈਡਰਲ ਏਜੰਸੀ ਦੇ ਮਾਪਦੰਡਾਂ ਦੇ ਮੁਤਾਬਕ ਇੱਕ ਕਮਰੇ ਵਿੱਚ 3 ਜਾਂ ਇਸ ਤੋਂ ਵੱਧ ਲੋਕਾਂ ਦੀ ਰਿਹਾਇਸ਼ ਨੂੰ ਗੈਰ ਵਾਜਬ ਮੰਨਿਆ ਜਾਂਦਾ ਹੈ। ਕੈਨੇਡਾ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਕੈਨੇਡਾ ਦੇ ਬ੍ਰੈਂਪਟਨ ਵਿੱਚ ਪੁਲਿਸ ਨੇ ਕੁਝ ਪੰਜਾਬੀ ਮੁੰਡੇ ਅਤੇ ਇੱਕ ਕੁੜੀ ਨੂੰ ਕਾਬੂ ਕੀਤਾ ਹੈ। ਅਸਲ ਵਿੱਚ ਇਹ ਸਾਰੇ ਇੱਕ ਜੀਪ ਵਿੱਚ ਸਨ ਅਤੇ ਸੜਕ ਤੇ ਇੱਧਰ-ਉੱਧਰ ਗੱਡੀ ਘੁਮਾ ਰਹੇ ਸਨ। ਇਸ ਤੇ ਪੁਲਿਸ ਦਾ ਧਿਆਨ ਇਹਨਾਂ ਵੱਲ ਗਿਆ। ਪੁਲਿਸ ਨੇ ਜਦੋਂ ਉਹਨਾਂ ਦਾ ਪਿੱਛਾ ਕੀਤਾ ਤਾਂ ਉਹਨਾਂ ਨੇ ਗੱਡੀ ਰੋਕਣ ਦੀ ਬਜਾਏ ਭੱਜਣਾ ਸ਼ੁਰੂ ਕਰ ਦਿੱਤਾ। ਇਸ ਤੇ ਪੁਲਿਸ ਨੂੰ ਸ਼ੱਕ ਹੋਇਆ ਕਿ ਸ਼ਾਇਦ ਉਹ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਜਾ ਰਹੇ ਨੇ ਜਾਂ ਅੰਜਾਮ ਦੇ ਕੇ ਆਏ ਨੇ। ਇਸ ਮਗਰੋਂ ਪੁਲਿਸ ਦੀਆਂ 10-12 ਗੱਡੀਆਂ ਉਹਨਾਂ ਦਾ ਪਿੱਛਾ ਕਰ ਰਹੀਆਂ ਸਨ। ਉਹਨਾਂ ਨੇ ਪਿੱਛਾ ਕਰਦੇ ਹੋਏ ਫਿਲਮੀ ਅੰਦਾਜ਼ ਵਿੱਚ ਗੱਡੀ ਨੂੰ ਘੇਰ ਕੇ ਉਹਨਾਂ ਦੀ ਚੈਕਿੰਗ ਕੀਤੀ। ਚੈਕਿੰਗ ਕਰਨ ਦੀ ਵੀਡੀਓ ਅਤੇ ਤਸਵੀਰਾਂ ਵਾਇਰਲ ਹੋ ਰਹੀਆਂ ਨੇ। ਜਾਣਕਾਰੀ ਮੁਤਾਬਕ ਗੱਡੀ ਵਿੱਚ ਬੈਠੇ ਨੌਜਵਾਨ ਨੇ ਪੁਲਿਸ ਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ, ਪਰ ਚੰਗੀ ਕਿਸਮਤ ਨਾਲ ਪੁਲਿਸ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਇਸ ਮਗਰੋਂ ਉਹਨਾਂ ਨੇ ਹੋਰ ਗੱਡੀਆਂ ਨੂੰ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ। ਇਹ ਲੜਕੇ ਸੜਕ ਤੇ ਗਲਤ ਸਾਈਡ ਗੱਡੀ ਲੈ ਕੇ ਜਾਂਦੇ ਨੇ। ਇਸ ਮਗਰੋਂ ਗੱਡੀ ਇੱਕ ਦਰਖਤ ਵਿੱਚ ਫਸ ਜਾਂਦੀ ਹੈ। ਪੁਲਿਸ ਉਹਨਾਂ ਨੂੰ ਘੇਰ ਕੇ ਗੱਡੀ 'ਚੋਂ ਬਾਹਰ ਕੱਢਦੀ ਹੈ ਅਤੇ ਗ੍ਰਿਫਤਾਰ ਕਰ ਲੈਂਦੀ ਹੈ। ਗੱਡੀ ਵਿੱਚੋਂ ਇੱਕ ਲੜਕੀ ਨੂੰ ਵੀ ਬਾਹਰ ਕੱਢਿਆ ਜਾਂਦਾ ਹੈ। ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਅਜਿਹਾ ਕਰਨ ਪਿੱਛੇ ਉਹਨਾਂ ਦਾ ਅਸਲ ਮਕਸਦ ਕੀ ਸੀ। ਪੁਲਿਸ ਨੇ 2 ਪੰਜਾਬੀ ਲੜਕੇ ਗ੍ਰਿਫਤਾਰ ਕੀਤੇ ਨੇ। ਪੁਲਿਸ ਨੇ ਇਹਨਾਂ ਨੂੰ ਰੋਕਣ ਲਈ ਫਾਇਰ ਵੀ ਕੀਤੇ ਸੀ, ਪਰ ਇਹਨਾਂ ਨੌਜਵਾਨਾਂ ਨੇ ਗੱਡੀ ਨਹੀਂ ਰੋਕੀ। 80 ਸਾਲ ਪਹਿਲਾਂ ਦੂਸਰੀ ਵਿਸ਼ਵ ਜੰਗ ਮੌਕੇ ਕੈਨੇਡਾ ਹਵਾਈ ਫੌਜ ਦੇ ਹਾਦਸਾਗ੍ਰਸਤ ਹੋਏ ਜਹਾਜ਼ ਦਾ ਮਲਬਾ ਨਦੀ 'ਚੋਂ ਮਿਲਿਆ ਹੈ। ਰਾਇਲ ਕੈਨੇਡੀਅਨ 에ਅਰ ਫੋਰਸ B-24 ਲਿਬਰੇਟਰ ਬੰਬਰ ਨਾਮਕ ਜਹਾਜ਼ ਨੇ ਸਤੰਬਰ 1942 'ਚ ਨਿਊ ਫਾਊਂਡਲੈਂਡ ਤੋਂ ਉਡਾਣ ਭਰੀ ਸੀ ਤੇ ਕੁਝ ਸਮਾਂ ਬਾਅਦ ਹੀ ਜਹਾਜ਼ ਹਾਦਸਾਗ੍ਰਸਤ ਹੋ ਕੇ ਜ਼ੈਂਡਰ ਝੀਲ 'ਚ ਜਾ ਕੇ ਡਿੱਗਿਆ। 56 ਕਿਲੋਮੀਟਰ ਲੰਬਾਈ ਵਾਲੀ ਜ਼ੈਂਡਰ ਝੀਲ 'ਚੋਂ ਅੰਤਰਰਾਸ਼ਟਰੀ ਖੋਜੀਆਂ ਦੇ ਡਬੋਲੀਆ ਦੀ ਟੀਮ ਕਈ ਸਾਲਾਂ ਤੋਂ ਇਸ ਜਹਾਜ਼ ਦਾ ਮਲਬਾ ਲੱਭਣ ਦੀ ਕੋਸ਼ਿਸ਼ ਕਰ ਰਹੀ ਸੀ। ਇਸ ਟੀਮ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸੈਨਿਕ ਦੇ ਵੀ 2 ਡਬੋਲੀਏ ਸ਼ਾਮਲ ਸਨ, ਜਿਨ੍ਹਾਂ ਨੂੰ 155 ਫੁੱਟ ਡੂੰਘੇ ਪਾਣੀ 'ਚ ਪਏ ਮਲਬੇ ਦਾ ਸਭ ਤੋਂ ਪਹਿਲਾਂ ਪਤਾ ਲੱਗਾ। ਰਾਇਲ ਕੈਨੇਡੀਅਨ ਜਿਓਗ੍ਰਾਫਿਕ ਸੁਸਾਇਟੀ ਅਤੇ ਸਪ੍ਰੈਕ ਪ੍ਰੀਜ਼ਰਵੇਸ਼ਨ ਸੁਸਾਇਟੀ ਨਿਊਫਾਊਂਡਲੈਂਡ ਦੇ ਮੈਂਬਰਾਂ ਨੇ ਮਲਬੇ ਦੀ ਪਛਾਣ ਕੀਤੀ ਅਤੇ ਕੈਨੇਡੀਅਨ ਫੌਜ ਦੇ ਅਧਿਕਾਰੀਆਂ ਨੂੰ ਸੌਂਪ ਦਿੱਤਾ। ਪਿਛਲੇ ਦਿਨੀ ਸਰੀ 'ਚ ਸਟੱਡੀ ਪਰਮਿਟ ਅਤੇ ਵਿਜ਼ਟਰ ਵੀਜ਼ਾ ਤੇ ਆਏ ਕੁਝ ਪੰਜਾਬੀ ਨੌਜਵਾਨਾਂ ਵੱਲੋਂ ਇੱਕ ਪੁਲਿਸ ਅਫਸਰ ਨੂੰ ਘੇਰ ਕੇ ਹੁੱਲੜਬਾਜ਼ੀ ਕਰਨ ਦੀ ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ ਜਿੱਥੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ, ਉੱਥੇ ਪੰਜਾਬੀ ਵਿਦਿਆਰਥੀਆਂ ਵੱਲੋਂ ਇੱਕ ਪਹਿਲ ਕਰਦਿਆਂ ਪੁਲਿਸ ਨਾਲ
ਤਾਲਮੇਲ ਬਣਾ ਕੇ ਕੈਨੇਡਾ 'ਚ ਨਵੇਂ ਆ ਰਹੇ ਵਿਦਿਆਰਥੀਆਂ ਨੂੰ ਕੈਨੇਡਾ ਦੇ ਕਾਨੂੰਨ ਬਾਰੇ ਮੁੱਢਲੀ ਜਾਣਕਾਰੀ ਦੇ ਕੇ ਇੱਥੋਂ ਦੇ ਕਾਨੂੰਨ ਪ੍ਰਤੀ ਜਾਗਰੂਕ ਕਰਨ ਦੀ ਵਿਵਸਥਾ ਕੀਤੀ ਗਈ ਹੈ। ਸਥਾਨਕ ਕੁਆਂਟਲੰਟਨ ਪੋਲੀਟੈਕਨਿਕ ਯੂਨੀਵਰਸਿਟੀ ਦੀ ਕੁਆਂਟਲੰਟਨ ਸਟੂਡੈਂਟਸ ਐਸੋਸੀਏਸ਼ਨ ਦੇ ਵਿਦਿਆਰਥੀ ਆਗੂਆਂ ਨੇ ਦੱਸਿਆ ਕਿ ਵੱਡੀ ਗਿਣਤੀ 'ਚ ਪੰਜਾਬੀ ਨੌਜਵਾਨ ਕੈਨੇਡਾ ਆ ਰਹੇ ਨੇ, ਪਰ ਨਵੇਂ ਦੇਸ਼ ਦੇ ਸਿਸਟਮ ਬਾਰੇ ਜ਼ਿਆਦਾ ਜਾਣਕਾਰੀ ਨਾ ਹੋਣ ਕਾਰਨ ਕੁਝ ਸ਼ਰਾਰਤੀ ਨੌਜਵਾਨ ਥਾਂ-ਥਾਂ ਤੇ ਕੈਨੇਡਾ ਦੇ ਕਾਨੂੰਨ ਦੀ ਉਲੰਘਣਾ ਕਰਦੇ ਨੇ ਤੇ ਨਤੀਜੇ ਵਜੋਂ ਸਾਰੇ ਪੰਜਾਬੀ ਭਾਈਚਾਰੇ ਦਾ ਅਕਸ ਖਰਾਬ ਹੁੰਦਾ ਹੈ। ਇਸ ਸਮੇਂ ਸਾਰਜੈਂਟ ਜੈਸ ਜ਼ਾਹਲ ਨੇ ਐਮਰਜੈਂਸੀ ਵੇਲੇ ਪੁਲਿਸ ਨਾਲ ਸੰਪਰਕ ਕਰਨ ਦੇ ਤਰੀਕੇ ਦੱਸਦਿਆਂ ਕਿਹਾ ਕਿ ਇੱਥੋਂ ਦੇ ਸਿਸਟਮ ਦੀ ਪੂਰੀ ਸਮਝ ਨਾ ਹੋਣ ਕਰਕੇ ਹੀ ਬਹੁਤੇ ਵਿਦਿਆਰਥੀ ਕੈਨੇਡਾ 'ਚ ਆਪਣਾ ਭਵਿੱਖ ਖਰਾਬ ਕਰ ਬੈਠਦੇ ਨੇ, ਨਸ਼ਿਆਂ ਦੀ ਦਲਦਲ ਦੇ ਵਿੱਚ ਫਸਦੇ ਨੇ। ਬਹੁਤੇ ਵਿਦਿਆਰਥੀ ਵੀ ਸਮਾਂ ਰਹਿੰਦਿਆਂ ਗਲਤ ਅਨਸਰਾਂ ਦੇ ਹੱਥ ਚੜ ਜਾਂਦੇ ਨੇ। रूस के राष्ट्रपति व्लादिमीर पुतिन अपने ही देश विच घिरे हुए ने। पुतिन ने यूक्रेन के 4 खेतरां विच 3 लाख रिजर्व सैनिकों की तैनाती का ऐलान किया। इस हुक्म तो बाद रिजर्व सैनिक देश छड्ड के भज रहे ने। रिजर्व टुकड़ियां की तैनाती नूं लैके चोटी के कमांडर भी वंडे हुए ने। रूस के कई शहरों के हवाई अड्डियां, बसां ते रेलवे स्टेशनों ते देश छड्डण वाले रिजर्व सैनिकों की भीड़ है। टिकटां दे रेट कई गुणा वध गए ने। रिजर्व सैनिकों नूं फौजी अड्डे ते लियाउण लई बस उन्हां दे घरां नूं भेजीआं जा रहीआं ने। बहुत सारे रिजर्व सैनिक घरां दे फ्रिजां विच लुक गए, उन्हां नूं जबरी बाहर कढिया जा रहा। रूस विच मास्को, सेंट पीटर्सबर्ग समेत 10 शहरां विच प्रदर्शन जारी ने। कई शहरां विच पुलिस ने प्रदर्शनकारियों ते लाठियां नाल हमला कीता ते हवा विच गोलियां चलाईआं। 4000 तो वध लोकां नूं गिरफ्तार किया गया। रिजर्व सैनिक फिनलैंड, जार्जिया, मोंटेनैग्रो और तुर्की वाल भेज रहे हैं। इन्हां देशां विच रूसियां नूं वीजे की लोड़ नहीं है। रूसी रिजर्व सैनिकों के परिवारां नूं परेशान किया जा रहा है। उन्हां दे परिवार भी दूसरे शहरां विच चले गए ने। प्रदर्शन विच रिजर्व सैनिक नारे लगा रहे हैं कि भावें सानू बुच्चड़खाने च भेज दिओ, पर यूक्रेन के मोर्चे विच नहीं जाणगे। यूक्रेन के राष्ट्रपति व्लादिमीर ज़ेलेंस्की ने विश्व भाईचारे नूं रूस नूं उसदे हमले लई सज़ा देण दी अपील की है। इस दे नाल ही अपने देश का एक हिस्सा वापस लैण दा वादा किया। जिक्रयोग है कि रूस ने अपनी कार्रवाई बढ़ाउण दा फैसला किया। रूस के राष्ट्रपति व्लादिमीर पुतिन ने बुधवार नूं यूक्रेन दे नाल लगभग 7 महीनों की लड़ाई विच झटकिਆਂ तो बाद लगभग 3 लाख रिजर्व सैनिकों की अशंक तैनाती का ऐलान किया। इस दे नाल ही उन्होंने इसनूं रूस की प्रभु सत्ता लई जरूरी दसदे हुए दोष लगाया सी कि पश्चिमी देश उन्हां दे देश नूं तबाह करन दी कोशिश कर रहे हैं। इस तो थोड़ी देर बाद ही ज़ेलेंस्की ने संयुक्त राष्ट्र जनरल असैंबली नूं एक वीडियो संदेश विच कहा कि यह घोषणा इस गल का सबूत है कि रूस युद्ध नूं खत्म करन लई गलबात करन लई तैयार नहीं सी। इस दे नाल ही उन्होंने जोर दे के कहा कि जित उन्हां दे देश की होएगी। राष्ट्रपति ने कहा कि एक बार फिर देश के हर हिस्से विच यूक्रेन का झंडा लहरावांगे। असीं ये हथियारां दे दम ते कर सकदे हां, पर सानूं कुछ समां लगेगा। ज़ेलेंस्की ने इस संबंध विच कोई विस्तृत चर्चा नहीं की। हालांकि इसने जोर दे दिता है कि रूस द्वारा कोई भी पहलकदमी चीज़ों नूं लटकाउण दा केवल एक बहाना है ਅਤੇ रूस की कार्रवाई उसके इरादिਆਂ ਨੂੰ स्पष्ट करती है। ईरान विच लोग हिजाब के विरोध विच उतर आए ने। 16 सितंबर तो शुरू होया विरोध अजे भी जारी है। इस धरने विच औरतां दे नाल मर्द भी शामिल होए ने। हुणे 15 शहरां विच फैल गया। पुलिस अते प्रदर्शनकारियों विचकार हिंसक झड़पां हो रहीआं ने। पुलिस ने अंदोलनकारी लोकां नूं रोकण दे लई गोलियां चलाईआं। वीरवार नूं गोलीबारी विच 3 प्रदर्शनकारी मारे गए। 5 दिनों च मरण वालियां दी गिणती 31 हो गई है। सैकड़े लोग जख्मी होए ने। मामला 13 सितंबर नूं शुरू होया। उदों ईरान दी मॉरल पुलिस ने 22 साला लड़की महसा अमीनी नूं हिजाब ना पाउण करके गिरफ्तार किया। उसकी लाश 3 दिनों बाद 16 सितंबर नूं परिवार नूं सौंप दिती गई। ये मामला सोशल मीडिया राहीं लोकां तक पहुंचिया अते हुण तक ये विवाद 31 लोकां दी जान लै चुक्या है। माशा दे पिता ने कहा है एक न्यूज़ चैनल दे नाल गलबात करदिआं कि पुलिस अते सरकार सिर्फ झूठ बोल रही है। मैं अपनी धी की जान बख्शण दे लई उन्हां दे अगे गिड़गड़ाउंदा रहा। जदों मैं उसकी लाश देखी तां पूरी तरह ढकी हुई सी। सिर्फ चेहरा अते लत्तां ही दिखाई दे रही सन। उसके पैरों ते भी सट्टां दे निशान सन। ईरानी औरतां हिजाब ला के प्रदर्शन कर रही ने। विरोध तो अक गई सरकार ने इंटरनेट बंद कर दिता है। अंदोलन विच हिस्सा लैण वालियां ज़्यादातर औरतां स्कूल कॉलेज दीआं स्टूडेंट्स ने। वो सड़कों पर आके सरकार नूं खुली चुनौती दे रही ने। मीडिया रिपोर्टां मुताबक हुण तक 1000 तो वध लोकां नूं गिरफ्तार किया जा चुका है। इस दे बावजूद देश के हर वड्डे शहर विच नैतिक पुलिस अते हिजाब विरुद्ध प्रदर्शन जारी ने।
ईरान के राष्ट्रपति इब्राहिम राइसी ने वीरवार ਨੂੰ ਇੱਕ ਅਮਰੀਕੀ ਮਹਿਲਾ ਪੱਤਰਕਾਰ ਦੇ ਨਾਲ ਇੱਕ ਇੰਟਰਵਿਊ ਰੱਦ ਕਰ ਦਿੱਤੀ ਕਿਉਂਕਿ ਉਸਨੇ ਹਿਜਾਬ ਪਹਿਨਣ ਤੋਂ ਇਨਕਾਰ ਕਰ ਦਿੱਤਾ ਸੀ। ਈਰਾਨ ਵਿੱਚ ਹਿਜਾਬ ਕਾਨੂੰਨ ਦੇ ਵਿਰੁੱਧ ਵੱਡੇ ਵਿਰੋਧ ਦੇ ਸਮੇਂ ਕੁਝ ਦਿਨ ਪਹਿਲਾਂ ਇੱਕ ਔਰਤ ਨੂੰ ਹਿਜਾਬ ਐਕਟ ਦਾ ਵਿਰੋਧ ਕਰਨ ਤੇ ਪੁਲਿਸ ਹਿਰਾਸਤ 'ਚ ਲਿਆ ਗਿਆ ਜਿੱਥੇ ਉਸ ਦੀ ਮੌਤ ਹੋਈ। ਤੁਹਾਨੂੰ ਦੱਸ ਦਈਏ कि CNN पत्रकार क्रिश्चियन ने दोबारा हिजाब पहनने तो इनकार करने तो बाद ईरान के राष्ट्रपति इब्राहिम राइसी का निर्धारित इंटरव्यू अचानक रद्द कर दिता गया। अमनपुर ने ट्वीट किया कि उसने हिजाब पहनने लिए कहा गया पर उसके इनकार करने तो बाद इंटरव्यू रद्द कर दी गई। उन्होंने दस्सिया कि इंटरव्यू दौरान राष्ट्रपति नाल देश में हो रहे विरोध प्रदर्शनों, पुलिस हिरासत में एक औरत की मौत समेत कई घटनावां बारे चर्चा की जानी सी। CNN पत्रकार ने ट्वीट किया, संयुक्त राष्ट्र महासभा लई न्यूयॉर्क दौरे दौरान राष्ट्रपति राइसी अमेरिका च पहली इंटरव्यू लई जा रहे सन। इंटरव्यू लई सारियां तैयारियां हो चुकियां सी। उन्होंने कहा कि उसने इंटरव्यू लई 40 मिनट तक इंतजार किया पर राष्ट्रपति ने इंटरव्यू रद्द कर दी। उन्होंने दस्सिया कि करीब 40 मिनट बाद राष्ट्रपति के पासों एक व्यक्ति आया ਅਤੇ ਉਹਨਾਂ ਨੂੰ ਹਿਜਾਬ ਪਹਿਨਣ ਲਈ ਕਿਹਾ ਜਿਸ ਨੂੰ ਪੱਤਰਕਾਰ ਨੇ ਇਨਕਾਰ ਕਰ ਦਿੱਤਾ ਜਿਸ ਤੋਂ ਬਾਅਦ ਇੰਟਰਵਿਊ ਨੂੰ ਰੱਦ ਕਰ ਦਿੱਤਾ। उत्तराखंड स्थित गुरुद्वारा श्री हेमकुंड साहिब की यात्रा होर सुखाली होएगी। इसलिए उत्तराखंड सरकार वालों कई उपराले किए जा रहे हैं। इस तहत ही गुरुद्वारा हेमकुंड साहिब के नेड़े किसी भी हंगामी स्थिति नाल नजिठण ते बचाव कारजां विच सौख लई एक हैलीपैड बनाया गया है। इस तो इलावा गुरुद्वारा साहिब श्री हेमकुंड साहिब यात्रा लई रोपवे का काम भी छेती शुरू होने की संभावना है। ये जानकारी गुरुद्वारा श्री हेमकुंड साहिब मैनेजमेंट ट्रस्ट के मीत प्रधान नरिंदरजीत सिंह बिंद्रा ने उत्तराखंड के राजपाल लैफ्टिनेंट जनरल गुरमीत सिंह नाल मुलाकात दौरान सांझी की है। बिंद्रा ने दस्सिया कि राजपाल नूं मिले सन ते उन्हां नूं हेमकुंड साहिब यात्रा ते यात्रा मार्ग लई चल रहे निर्माण कारजां बारे जानकारी दी गई। जे तुहानू हज़ारां रुपए किते पे मिलन तां तुसीं की करोगे? वो भी उदों जदों तुहानू बहुत लोड़ होवे। बहुत सारे लोगों का जवाब होएगा कि वो इसनूं चक के खर्च करनगे पर कुछ लोग ये भी कहणगे उस पैसे ते उन्हां दा हक नहीं है इसलिए वो नहीं लैणगे। इस तरह की खुदारी लोगों के अंदर शायद ही होवे। हाल ही में अमेरिका की एक औरत ने भी अजिहा ही हौसला दिखाया जिस तो बाद उसकी तारीफ हो रही है। हाल ही में अमेरिका के जॉर्जिया सूबे के जैक्सन च रहण वाली जवान ऑलविर नाल कुछ अजिहा होया जिसनूं जाण के तुसीं उसकी कदर करोगे तो एक घटना तुहाडे दिल नूं छू जाएगी। जॉन एक दादी है अते हाल ही में एक KFC की ड्राइव ते सैंडविच ऑर्डर करने लई खड़ी हुई सी। ਜਦੋਂ ਉਸਦਾ ਆਰਡਰ ਮਿਲਿਆ ਤਾਂ ਉਸ ਵਿੱਚ ਉਸਨੂੰ ਅਜਿਹੀ ਚੀਜ਼ ਨਜ਼ਰ ਆਈ ਜਿਸ ਨੂੰ ਵੇਖ ਕੇ ਉਸਦੇ ਹੋਸ਼ ਉੱਡ ਗਏ। ਉਸਨੇ ਦੇਖਿਆ ਕਿ ਸੈਂਡਵਿਚ ਹੇਠਾਂ 43,000 ਰੁਪਏ ਦੱਬੇ ਹੋਏ ਸਨ। ਜੌਨ ਰੁਪਏ ਦੇਖ ਕੇ ਹੈਰਾਨ ਰਹਿ ਗਈ। ਉਸਨੂੰ ਪੈਸੇ ਦੀ ਲੋੜ ਤਾਂ ਸੀ ਅਤੇ ਉਸ ਤੇ ਕਾਫੀ ਕਰਜ਼ਾ ਵੀ ਸੀ ਪਰ ਇਸ ਦੇ ਬਾਵਜੂਦ ਉਸਨੇ ਇਹ ਪੈਸੇ ਲੈਣ ਬਾਰੇ ਨਹੀਂ ਸੋਚਿਆ। ਜੌਨ ਨੇ ਦੱਸਿਆ ਹੈ ਕਿ ਉਸਨੇ ਪੈਸੇ ਗਿਣਨੇ ਸ਼ੁਰੂ ਕਰ ਦਿੱਤੇ। ਜਿਵੇਂ ਹੀ ਉਹ $500 ਤੱਕ ਪਹੁੰਚ ਗਈ ਉਸਨੇ ਗਿਣਤੀ ਕਰਨੀ ਬੰਦ ਕਰ ਦਿੱਤੀ ਅਤੇ ਪੁਲਿਸ ਨੂੰ ਬੁਲਾਇਆ। ਉਸਨੇ ਦੱਸਿਆ ਕਿ ਉਸਨੂੰ ਲੱਗਾ ਕਿ ਉਹ ਇੰਨੇ ਪੈਸੇ ਨਾਲ ਖਰੀਦਦਾਰੀ ਕਰ ਲਏ ਜਾਂ ਫਿਰ ਉਸ ਵਿੱਚੋਂ $20 ਹੀ ਕੱਢ ਲਏ ਕਿਉਂਕਿ ਉਸਦੀ ਕਾਰ ਵਿਚਲਾ ਪੈਟਰੋਲ ਖਤਮ ਹੋਣ ਵਾਲਾ ਸੀ। ਪਰ ਫਿਰ ਉਸਨੂੰ ਅਹਿਸਾਸ ਹੋਇਆ ਕਿ ਇਹ ਪੈਸੇ ਉਸ ਤੇ ਨਹੀਂ। जो चोरी करता है तो भविख में उस नाल बुरा होएगा। जदों पुलिस ने आके जॉन तो पैसे लए तो औरत की ईमानदारी देख के बहुत खुश हुई। जैक्सन पुलिस ने सोशल मीडिया ते उन्हां दी तारीफ की ते कहा कि उन्हां वर्गे लोगों की बदौलत ही शहर बेहतर बन रहा। पुलिस नूं जांच तो पता लग्या कि ये पैसे KFC की रोजाना की जमा रकम सी जो गलती नाल उसदे बैग विच दे दित्ती गई। पुलिस मुताबक जॉन कारण मैनेजर की नौकरी भी बच गई। अमरीकी केंद्रीय बैंक ने लगातार तीजी बार ब्याज दरां च वाधा किया। अमेरिकी फैडरल रिजर्व के चेयरमैन जेरोम पावेल ने ब्याज दरां च 0.75% का वाधा किया। प्रमुख नीतिगत दर च हाल ही के वाधे नाल हुण इस तो 3 ਤੋਂ 3.25% हो गई है ते 2008 की शुरुआत तो बाद इसका सब तो उच्चा पद्धर है। महंगाई नूं कंट्रोल करने लई लगातार तीजी बार ब्याज दरां वध रहीआं ने। जाको राखे साइयां मार सके ना कोई, इसका अर्थ है जिसते परमात्मा की कृपा होवे उसका कोई भी बाल बिंगा नहीं कर सकता। एक कहावत इन्हीं दिनी 4 महीनों की बच्ची लिए ढुकमी है जिसनूं ढेर ढेरी हुई बहु मंजिला इमारत के मलबे चों जिंदा कढ़िया गया। दरअसल बीते मंगलवार यानी कि 13 सितंबर नूं जॉर्डन के अमान के जबल अल बैबदे विच एक 4 मंजिला रिहायशी इमारत डिग गई सी। इस हादसे विच कई लोग मलबे हेठां फस गए जबकि कईयां दी मलबे हेठ दबण कारण मौत हो गई सी।
ਪਰ ਉੱਥੇ ਮੌਜੂਦ 4 ਮਹੀਨੇ ਦੀ ਬੱਚੀ ਦਾ ਬਾਲ ਵੀ ਵਿੰਗਾ ਨਾ ਹੋਇਆ। ਦੱਸਿਆ ਜਾ ਰਿਹਾ ਕਿ ਇਮਾਰਤ ਡਿੱਗਣ ਦੇ ਕਰੀਬ 30 ਘੰਟੇ ਬਾਅਦ ਮਲਬੇ ਹੇਠੋਂ 4 ਮਹੀਨੇ ਦੀ ਬੱਚੀ ਨੂੰ ਜ਼ਿੰਦਾ ਬਾਹਰ ਕੱਢਿਆ ਗਿਆ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਹੈਰਾਨੀ ਦੀ ਗੱਲ ਤੇ ਇਹ ਹੈ ਕਿ ਇੱਕ ਦਿਨ ਤੋਂ ਬਾਅਦ ਸਮਾਂ ਬੀਤੇ ਜਾਣ ਤੋਂ ਬਾਅਦ ਵੀ ਮਲਬੇ ਵਿੱਚ ਦੱਬੀ ਇਸ 4 ਮਹੀਨੇ ਦੀ ਬੱਚੀ ਦੇ ਜ਼ਿੰਦਾ ਬਾਹਰ ਆਉਣ ਤੋਂ ਹਰ ਕੋਈ ਇਸ ਨੂੰ ਚਮਤਕਾਰ ਤੋਂ ਘੱਟ ਨਹੀਂ ਮੰਨ ਰਿਹਾ। ਦੱਸਿਆ ਜਾ ਰਿਹਾ ਕਿ ਜਿਵੇਂ ਹੀ ਬੱਚੀ ਬਾਹਰ ਆਈ ਉਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਹੁਣ ਬੱਚੀ ਪੂਰੀ ਤਰ੍ਹਾਂ ਤੰਦਰੁਸਤ ਹੈ। ਬੱਚੀ ਮਲਬੇ ਹੇਠੋਂ ਬਾਹਰ ਕੱਢਣ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਵੀਰਵਾਰ ਨੂੰ ਇਸਲਾਮਾਬਾਦ ਹਾਈ ਕੋਰਟ ਵਿੱਚ ਪੇਸ਼ ਹੋਏ ਅਤੇ ਇੱਕ ਮਹਿਲਾ ਜੱਜ ਖਿਲਾਫ ਆਪਣੀ ਵਿਵਾਦਤ ਟਿੱਪਣੀ ਲਈ ਮੁਆਫੀ ਮੰਗਣ ਦੀ ਇੱਛਾ ਜ਼ਾਹਿਰ ਕੀਤੀ। ਖਾਨ ਵੱਲੋਂ ਆਪਣੀ ਵਿਵਾਦਪੂਰਨ ਟਿੱਪਣੀ ਲਈ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਜ਼ੀਬਾ ਚੌਧਰੀ ਤੋਂ ਮੁਆਫੀ ਮੰਗਣ ਦੀ ਇੱਛਾ ਪ੍ਰਗਟ ਕਰਨ ਤੋਂ ਬਾਅਦ ਇਸਲਾਮਾਬਾਦ ਹਾਈ ਕੋਰਟ ਨੇ ਉਨ੍ਹਾਂ ਵਿਰੁੱਧ ਮਾਣਹਾਨੀ ਦੀ ਕਾਰਵਾਈ ਨੂੰ ਮੁਲਤਵੀ ਕਰ ਦਿੱਤਾ। ਅਦਾਲਤ ਨੇ 69 ਸਾਲਾ ਖਾਨ ਨੂੰ ਅਧਿਕਾਰਤ ਤੌਰ ਤੇ ਮਹਿਲਾ ਜੱਜ ਦੇ ਖਿਲਾਫ ਵਿਵਾਦਤ ਟਿੱਪਣੀ ਕਰਨ ਲਈ ਮਾਣਹਾਨੀ ਦੀ ਕਾਰਵਾਈ ਦਾ ਦੋਸ਼ੀ ਠਹਿਰਾ ਸਕਦੀ ਸੀ। 20 ਅਗਸਤ ਨੂੰ ਰਾਜਧਾਨੀ ਵਿੱਚ ਇੱਕ ਰੈਲੀ ਦੌਰਾਨ ਖਾਨ ਨੇ ਆਪਣੇ ਸਹਿਯੋਗੀ ਸ਼ਹਬਾਜ਼ ਗਿੱਲ ਨਾਲ ਦੁਰਵਿਵਹਾਰ ਨੂੰ ਲੈ ਕੇ ਉੱਚ ਪੁਲਿਸ ਅਧਿਕਾਰੀਆਂ, ਚੋਣ ਕਮਿਸ਼ਨ ਅਤੇ ਸਿਆਸੀ ਵਿਰੋਧੀਆਂ ਵਿਰੁੱਧ ਕੇਸ ਦਰਜ ਕਰਨ ਦੀ ਧਮਕੀ ਦਿੱਤੀ ਸੀ। ਗਿੱਲ ਨੂੰ ਦੇਸ਼ ਧਰੋਹ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਸੀ। ਉਹਨਾਂ ਨੇ ਜੱਜ ਜ਼ੀਬਾ ਚੌਧਰੀ ਤੇ ਉਸਦੇ ਫੈਸਲੇ ਤੇ ਇਤਰਾਜ਼ ਜਤਾਇਆ, ਜਿਸ ਵਿੱਚ ਉਹਨਾਂ ਨੇ ਗਿੱਲ ਨੂੰ 2 ਦਿਨ ਦੀ ਹਿਰਾਸਤ ਵਿੱਚ ਭੇਜਣ ਦੀ ਪੁਲਿਸ ਨੂੰ ਬੇਨਤੀ ਨੂੰ ਸਵੀਕਾਰ ਕਰ ਲਿਆ ਸੀ ਅਤੇ ਕਿਹਾ ਸੀ ਕਿ ਉਹਨਾਂ ਨੂੰ ਤਿਆਰ ਰਹਿਣਾ ਚਾਹੀਦਾ ਹੈ ਕਿਉਂਕਿ ਉਹਨਾਂ ਵਿਰੁੱਧ ਵੀ ਕਾਰਵਾਈ ਕੀਤੀ ਜਾਏਗੀ। ਭਾਸ਼ਣ ਦੇ ਕੁਝ ਘੰਟਿਆਂ ਬਾਅਦ ਖਾਨ ਤੇ ਆਪਣੀ ਰੈਲੀ ਵਿੱਚ ਪੁਲਿਸ ਨਿਆਂਪਾਲਿਕਾ ਤੇ ਰਾਜ ਦੀਆਂ ਹੋਰ ਸੰਸਥਾਵਾਂ ਨੂੰ ਧਮਕਾਉਣ ਦੇ ਦੋਸ਼ ਵਿੱਚ ਅੱਤਵਾਦ ਰੋਕੂ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਬ੍ਰਿਟੇਨ ਦੀ ਪ੍ਰਧਾਨ ਮੰਤਰੀ ਲਿਜ਼ ਟਰਸ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੇ ਯੂਕਰੇਨ ਵਿਰੁੱਧ ਆਪਣੀ ਅਸਫਲ ਫੌਜੀ ਮੁਹਿੰਮ ਨੂੰ ਬਚਾਉਣ ਲਈ ਹਮਲਾਵਰ ਧਮਕੀਆਂ ਦੇਣ ਦਾ ਦੋਸ਼ ਲਗਾਇਆ। ਟਰਸ ਦੇ ਸੰਯੁਕਤ ਰਾਸ਼ਟਰ ਨੂੰ ਆਪਣੇ ਪਹਿਲੇ ਸੰਬੋਧਨ ਵਿੱਚ ਇਸ ਗੱਲ ਵੱਲ ਇਸ਼ਾਰਾ ਕਰਨ ਦੀ ਸੰਭਾਵਨਾ ਹੈ ਕਿ ਸ਼ਕਤੀ ਸੰਪੰਨ ਦੇਸ਼ਾਂ ਦੇ ਹਮਲਾਵਰ ਰਵੱਈਏ ਕਾਰਨ ਗਲੋਬਲ ਸੰਸਥਾ ਤੇ ਸੰਸਥਾਪਕ ਸਿਧਾਂਤ ਖਤਰੇ 'ਚ ਨੇ। ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਨੂੰ ਆਪਣੇ ਪਹਿਲੇ ਸੰਬੋਧਨ ਵਿੱਚ ਟਰਸ ਯੂਕਰੇਨ ਯੁੱਧ ਦਾ ਹਵਾਲਾ ਦੇਗੀ ਅਤੇ ਇਸ ਨੂੰ ਸਾਡੀਆਂ ਕਦਰਾਂ ਕੀਮਤਾਂ ਤੇ ਸੰਸਾਰ ਦੀ ਸੁਰੱਖਿਆ ਲਈ ਲੜਾਈ ਦੇ ਰੂਪ ਵਿੱਚ ਵਰਣਨ ਕਰੇਗੀ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।